ਵਾਹਿਗੁਰੂ ਸਾਹਿਬ ਜੀਓ। ਪੰਜ ਪਿਆਲੇ ਪੰਜ ਪੀਰ, ਛਠਮਾ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਮ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਹੈ ਤਬ ਬਿਸਮ ਹੋਏ ਜਾਏ। ਹਮ ਜੈਸੇ अपराधी, अवर कोई राखै। जैसे हम सतगुर राख लिए छड़ाए। तू गुर पिता तू है गुर माता, तू गुर बंदप सखा सखाए। बेशुमार अथाह आगंत आतुलै। बेशुमार अथाह अगंत अतुलै। ज्यों बुलावो ज्यों बुलावो, त्यों नानक दास बोलै। परम सम्मानयोग जुगो जुग अटल तख्त चवर छत्र दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर मेरी पीरी ते मालिक सतगुरु श्री गुरु हरगोबिंद साहिब महाराज जी के पावन पवित्र अस्थान गुरुद्वारा श्री बौली साहिब जी विखे अमृत वेले सतगुरु महाराज जी के दर के उत्ते जुड़ के बैठी गुरु रूप गुरु खालसा संगत जीओ। सतगुरु गुरु गोबिंद सिंह महाराज जी की बख्शिश असीस फतेह प्रवान करो जी। वाहिगुरु जी का खालसा वाहिगुरु जी की फतेह। जिस स्थान पर आप रोजाना ही जुड़ के बैठते हैं, ये स्थान छेवें पातशाह सतगुरु महाराज जी की चरण छो प्राप्त है। ते अज जो इतिहास दे विच दिन है, अज का जो इतिहासिक दिहाड़ा है, वो भी छेवें पातशाह मेरी पीरी के मालिक सतगुरु महाराज जी के नाल ही संबंधित है। अज के दिन सतगुरु महाराज पातशाह जी ने दो तलवारां पहनियां सन, मेरी ते पीरी दी। सतगुरु महाराज पातशाह जी ने इस मेरी ते पीरी दिवस दियां आप संगतां नूं लख लख वधाइयां। असीं गुरु साहिबानां दा जदों इतिहास पढ़दे हां ते असीं गुरु साहिबानां दे जीवन दे विच तीन
ਦਿਹਾੜੇ ਤਕਰੀਬਨ ਮਨਾਉਂਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ 2 ਦਿਹਾੜੇ, ਇੱਕ ਸਤਿਗੁਰ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਤੇ ਦੂਸਰਾ ਜੋਤੀ ਜੋਤ। ਬਾਕੀ ਗੁਰੂ ਸਾਹਿਬਾਨਾਂ ਦੇ ਅਸੀਂ 3 ਦਿਹਾੜੇ ਵੀ ਮਨਾਉਂਦੇ ਹਾਂ, ਗੁਰਤਾ ਗੱਦੀ ਮਨਾਉਂਦੇ ਹਾਂ। ਪਰ ਸਭ ਤੋਂ ਜ਼ਿਆਦਾ ਜਿਹੜੇ ਸਤਿਗੁਰ ਮਹਾਰਾਜ ਜੀ ਦੇ ਇਤਿਹਾਸਿਕ ਦਿਹਾੜੇ ਨੇ, ਸਿੱਖ ਪੰਥ ਨੂੰ ਸਤਿਗੁਰ ਮਹਾਰਾਜ ਨੇ ਝੋਲੀ ਵਿੱਚ ਪਾਏ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਸਤਿਗੁਰ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ, ਸਤਿਗੁਰ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ, ਸਤਿਗੁਰ ਮਹਾਰਾਜ ਜੀ ਦਾ ਮੀਰੀ ਪੀਰੀ ਦਿਵਸ, ਸਤਿਗੁਰ ਮਹਾਰਾਜ ਜੀ ਦਾ ਅਕਾਲ ਤਖਤ ਸਥਾਪਨਾ ਦਿਵਸ, ਸਤਿਗੁਰ ਮਹਾਰਾਜ ਜੀ ਦਾ ਬੰਦੀ ਛੋੜ ਦਿਵਸ, ਸਤਿਗੁਰ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਅਸੀਂ ਪੜ੍ਹੀਏ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਾਰੇ ਭੱਟ ਸਾਹਿਬਾਨਾਂ ਨੇ ਬਚਨ ਲਿਖੇ। ਕਹਿਣ ਲੱਗੇ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਿ ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ, ਕਿ ਗੁਰੂ ਨਾਨਕ ਦਾ ਘਰ ਐਸਾ ਹੈ ਕਿ ਇੱਥੇ ਜੰਮਦੇ ਹੋਏ ਵੀ, ਪੈਦਾ ਹੋਏ ਵੀ ਬੱਚੇ ਜਿਹੜੇ ਨੇ ਉਹ ਬ੍ਰਹਮ ਗਿਆਨੀ ਨੇ, ਭਾਵ ਕਿ ਅਕਾਲ ਪੁਰਖ ਤੋਂ ਤੁਰੋਂ ਨਿਵਾਜੇ ਹੋਏ ਨੇ। ਦੂਸਰਾ ਸ਼ਬਦ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕਿ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਸੰਸਾਰਿਕ ਲੋਕ ਸੰਸਾਰ ਦੇ ਆਉਂਦੇ ਨੇ ਤੇ ਉਹਨਾਂ ਦਾ ਜਨਮ ਹੈ, ਪਰ ਜਦੋਂ ਕੋਈ ਰੱਬ ਦਾ ਪਿਆਰਾ ਆਉਂਦਾ ਹੈ ਉਹਨੂੰ ਜਨਮ ਨਹੀਂ ਕਿਹਾ ਜਾਂਦਾ, ਉਹਨੂੰ ਕਹਿੰਦੇ ਨੇ ਪ੍ਰਗਟ ਹੋਇਆ ਆਇਓ, ਪ੍ਰਗਟ ਹੋਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਨਾਨਾ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਸੰਗਤ ਚਰਨ ਛੋਹ ਉਹਨਾਂ ਦੀ ਪ੍ਰਾਪਤ ਕੀਤੀ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਤੇ ਪਿਤਾ ਦੀ ਹਜ਼ੂਰੀ ਵਿੱਚ ਰਹੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਦੋਨਾਂ ਹੀ ਗੁਰੂ ਸਾਹਿਬਾਨ ਗੁਰੂ ਅਮਰਦਾਸ ਮਹਾਰਾਜ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪ ਹੱਥੀਂ ਸਾਜ਼ ਨੂੰ ਤਿਆਰ ਕੀਤਾ, ਸਰੰਦਾ ਸਾਜ਼ ਬਣਾਇਆ ਤੇ ਉਸ ਸਰੰਦੇ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪ ਕੀਰਤਨ ਕੀਤਾ। ਗੁਰਤਾ ਗੱਦੀ ਤੇ ਬੈਠੇ ਵਿਰੋਧ ਵੀ ਕੀਤਾ, ਭਰਾ ਪ੍ਰਿਥੀ ਚੰਦ ਵੱਲੋਂ ਵਿਰੋਧ ਕੀਤਾ ਗਿਆ, ਪਰ ਕਹਿੰਦੇ ਇਹ ਦਾਤ ਖਸਮ ਦੀ ਹੁੰਦੀ ਹੈ, ਇਹ ਤਾਂ ਖੋਇਆ ਨਹੀਂ ਮਿਲ ਸਕਦੀ, ਇਹ ਤਾਂ ਦਾਅਵੇ ਕੀਤਿਆਂ ਨਹੀਂ ਮਿਲ ਸਕਦੀ, ਇਹ ਤਾਂ ਪਰਮਾਤਮਾ ਦੇ ਘਰ ਚੋਂ ਨਿਵਾਜੇ ਹੋਏ ਜਿਹੜੇ ਆਉਂਦੇ ਨੇ ਉਹਨਾਂ ਤੇ ਪ੍ਰਾਪਤ ਹੁੰਦੀ ਹੈ। ਇਹ ਤਾਂ ਮਾਲਕ ਦੀ ਇਹ ਦਾਤੇ ਦਾਤ ਰੱਖੀ ਹੱਥੇ ਆਪਣੇ ਜਿਸ ਭਾਵੇਂ ਤਿਸ ਦੇ, ਇਹ ਤਾਂ ਦਾਤ ਹੈ। ਤੇ ਕਹਿੰਦੇ ਨੇ ਉਹ ਦਾਤ ਨਹੀਂ ਹੋ ਸਕਦੀ ਜਿਹਨੂੰ ਅਸੀਂ ਜ਼ਬਰਦਸਤੀ ਖੋਹ ਲਈਏ ਜਾਂ ਜ਼ਬਰਦਸਤੀ ਕਰਕੇ ਮੰਗ ਲਈਏ। ਸਤਿਗੁਰ ਮਹਾਰਾਜ ਗੁਰਤਾ ਗੱਦੀ ਤੇ ਬੈਠੇ, ਵੱਡੇ ਭਰਾ ਪ੍ਰਿਥੀ ਚੰਦ ਨੇ ਕਈ ਕੁਝ ਕੌਤਕ ਕੀਤੇ। ਸੁਲਹੀ ਖਾਨ ਸੁਰਬੀ ਖਾਨ ਨੂੰ ਚੜਾ ਕੇ ਲੈ ਕੇ ਆਇਆ, ਸਰਕਾਰੀ ਦਰਬਾਰੇ ਚੁਗਲੀਆਂ ਕੀਤੀਆਂ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਕਿਤੇ ਵੀ ਇਸ ਵਿਰੋਧ ਦਾ ਜਵਾਬ ਨਹੀਂ ਦਿੱਤਾ, ਬਿਲਕੁਲ ਸ਼ਾਂਤ ਸੁਭਾਅ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਸਿੱਖ ਸੰਗਤ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਘਰ ਦੇ ਵਿੱਚ ਆਨੰਦ ਕਾਰਜ ਹੋਏ ਨੂੰ ਬੜਾ ਸਮਾਂ ਹੋਇਆ ਸੀ, ਪਰ ਔਲਾਦ ਕੋਈ ਨਹੀਂ ਸੀ। ਕਰਮੋਂ ਪ੍ਰਿਥੀ ਚੰਦ ਦੀ ਘਰ ਵਾਲੀ ਹੈ ਤੇ ਉਹਨੇ ਇੱਕ ਦਿਨ ਆਪਣੇ ਘਰ ਵਾਲੇ ਨੂੰ ਕਿਹਾ ਸੀ, ਕਹਿਣ ਲੱਗੀ ਦੇਖ, ਜੇ ਤੂੰ ਆਪਣੇ ਪਿਤਾ ਦੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੱਲ ਮੰਨਦੇ ਹੁੰਦੇ, ਉਹਨਾਂ ਦੇ ਹੁਕਮ ਵਿੱਚ ਹੁੰਦੇ, ਤੇ ਅੱਜ ਆ ਜਿਹੜੀਆਂ ਭੇਟਾਂ ਚੜ੍ਹਦੀਆਂ ਨੇ, ਆ ਮੱਥੇ ਟੇਕੇ ਜਾ ਰਹੇ ਨੇ, ਆ ਤਰ੍ਹਾਂ ਤਰ੍ਹਾਂ ਦੇ ਤੋਹਫੇ ਆਉਂਦੇ ਨੇ, ਦੁਸ਼ਾਲੇ ਆਉਂਦੇ ਨੇ, ਧਨ ਪਦਾਰਥ ਆਉਂਦਾ, ਇਹ ਸਾਰਾ ਕੁਝ ਸਾਡੇ ਕੋਲ ਆਉਣਾ ਸੀ ਤੇ ਇਹ ਸਾਰਾ ਕੁਝ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਬਣ ਗਏ ਤੇ ਉਹਨਾਂ ਦੇ ਘਰ ਦੇ ਵਿੱਚ ਚਲੇ ਜਾਂਦਾ। ਪ੍ਰਿਥੀ ਚੰਦ ਨੇ ਉਸ ਵੇਲੇ ਕਰਮੋਂ ਨੂੰ ਕਿਹਾ ਸੀ, ਕਹਿੰਦਾ ਕਰਮੋਂ ਦੇਖ,
ਅਰਜਨ ਦੇ ਵਿਆਹ ਹੋਏ ਨੂੰ ਬੜਾ ਚਿਰ ਹੋ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਾਰੇ ਉਹਨੇ ਕਿਹਾ, ਕਹਿੰਦੇ ਵਿਆਹ ਹੋਏ ਨੂੰ ਸਮਾਂ ਬੜਾ ਹੋਇਆ, ਘਰ 'ਚ ਔਲਾਦ ਕੋਈ ਨਹੀਂ। ਤੇ ਕਹਿੰਦਾ ਜੋ ਕੁਝ ਦਿਖਦਾ ਹੈ ਨਾ, ਇਹ ਕਹਿੰਦਾ ਮੇਰੇ ਪੁੱਤਰ ਦਾ ਹੀ ਕੱਲ੍ਹ ਨੂੰ ਹੋਣਾ। ਮੇਰਾ ਪੁੱਤਰ ਮਿਹਰਬਾਨ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਰਹਿੰਦਾ ਹੈ, ਉਹਨਾਂ ਕੋਲ ਪੜ੍ਹਦਾ ਹੈ, ਉਹ ਪਿਆਰ ਵੀ ਦਿੰਦੇ ਨੇ, ਸੰਗਤ ਵਿੱਚ ਸਤਿਕਾਰ ਵੀ ਮਿਲਦਾ ਹੈ। ਤੇ ਮਿਹਰਬਾਨ ਨੇ ਬਾਣੀ ਰਚਣੀ ਵੀ ਸ਼ੁਰੂ ਕਰ ਦਿੱਤੀ ਸੀ, ਆਪਣੀ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਇਤਿਹਾਸਿਕ ਹਵਾਲੇ ਮਿਲਦੇ ਆ। ਪਿਰਥੀਏ ਦਾ ਪੁੱਤਰ ਮਿਹਰਬਾਨ, ਕਵੀਸ਼ਰੀ ਕਰੇ ਪਾਰਸੀ ਹਿੰਦਵੀ, ਨਾਲੇ ਗੁਰਮੁਖੀ ਪੜ੍ਹੇ, ਤਿਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਤੇ ਪਾਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਸਾਡੇ ਤੇ ਕਿਰਪਾ, ਇੱਕ ਬੜੀ ਵੱਡੀ ਕਿਰਪਾ ਹੈ ਜੀ ਇਹ, ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਪਾਦਨ ਕਰਕੇ ਸਾਡੀ ਝੋਲੀ ਦੇ ਵਿੱਚ ਇਹ ਦਾਤ ਪਾਈ ਹੈ। ਕਿਉਂਕਿ ਅਸੀਂ ਅੱਜ ਜਿੰਨਾ ਕਿ ਅਸੀਂ ਬਾਣੀ ਦੇ ਨਾਲ ਜੁੜੇ ਆ ਨਾ, ਅੱਜ ਸਾਨੂੰ ਜੋ ਮਰਜ਼ੀ ਕੋਈ ਪੜ੍ਹਾ ਕੇ ਚੱਲ ਜੇ, ਅਸੀਂ ਸੱਚ ਮੰਨ ਲੈਂਦੇ ਕਿ ਸ਼ਾਇਦ ਇਹ ਵੀ ਬਾਣੀ ਹੋਵੇਗੀ। ਮਿਹਰਬਾਨ ਦੀਆਂ ਲਿਖੀਆਂ ਹੋਈਆਂ ਪੰਕਤੀਆਂ, ਉਹਦੀਆਂ ਤੁਕਾਂ ਅੱਜ ਵੀ ਸਿੱਖ ਪੜ੍ਹਦੇ ਵੇਖੇ ਜਾਂਦੇ ਆ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਸੰਪਾਦਨਾ ਕੀਤੀ ਹੈ। ਪਰ ਜਿੱਦਣ ਸੰਪਾਦਨਾ ਸੰਪੂਰਨ ਹੋਈ ਸੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇਹ ਸੰਪਾਦਿਤ ਕੀਤਾ ਹੋਇਆ ਪੋਥੀ ਸਾਹਿਬ ਉਦੋਂ ਕਿਹਾ, ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਪਰ ਟਿਕਾ ਕਰਕੇ ਤੇ ਹਰਿਮੰਦਰ ਦੇ ਅੰਦਰ ਲਿਆ ਕੇ ਪ੍ਰਕਾਸ਼ ਕੀਤਾ। 98 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਵੀ ਜਦੋਂ ਪਤਾ ਲੱਗਿਆ ਕਿ ਕਰਮੋਂ ਨੇ ਇਹ ਮਿਹਣਾ ਮਾਰਿਆ ਕਿ ਘਰ 'ਚ ਔਲਾਦ ਕੋਈ ਨਹੀਂ, ਇਹਨਾਂ ਨੇ ਤਾਂ ਐਵੇਂ ਹੀ ਚਲੇ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਪਰਤ ਕੇ ਜਦੋਂ ਵਾਪਸ ਆਏ ਤੇ ਸਤਿਗੁਰੂ ਮਹਾਰਾਜ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਸਤਿਗੁਰੂ, ਹੇ ਸਾਈਂ ਜੀ, ਤੁਸੀਂ ਤਾਂ ਲੋਕਾਂ ਦੀਆਂ ਝੋਲੀਆਂ ਭਰਦੇ ਹੋ, ਤੁਸੀਂ ਤਾਂ ਲੋਕਾਂ ਦੇ ਘਰਾਂ ਦੇ ਵਿੱਚ, ਸੰਗਤ ਦੇ ਘਰ ਦੇ ਵਿੱਚ ਚਾਨਣ ਵੰਡਦੇ ਹੋ, ਖੁਸ਼ੀਆਂ ਵੰਡਦੇ ਹੋ। ਸਤਿਗੁਰੂ ਮਹਾਰਾਜ ਕਿਰਪਾ ਕਰੋ, ਮੇਰੀ ਕੁੱਖ ਵੀ ਹਰੀ ਹੋਵੇ, ਮੇਰੇ ਘਰ ਦੇ ਵਿੱਚ ਵੀ ਬਾਲ ਖੇਡੇ। ਸਤਿਗੁਰੂ ਮਹਾਰਾਜ ਨੇ ਸਿੱਖ ਨੂੰ ਵਡਿਆਈ ਦਿੱਤੀ, ਕਿਹਾ ਕਿ ਜਾਓ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਾਓ, ਗੁਰੂ ਕਿਰਪਾ ਕਰੇਗਾ, ਗੁਰੂ ਨਾਨਕ ਕਿਰਪਾ ਕਰਨਗੇ। ਮਾਤਾ ਜੀ ਜਾਂਦੇ ਨੇ, ਲੱਸੀ ਦਾ ਕਾੜਨਾ ਲਿਆ, ਚਾਟੀ ਲੱਸੀ ਦੀ ਸਿਰ ਦੇ ਉੱਪਰ ਰੱਖੀ, ਮਿੱਸੇ ਪ੍ਰਸ਼ਾਦੇ, ਗੰਡਾ ਅਚਾਰ ਲੈ ਕੇ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਅਰਦਾਸ ਕੀਤੀ ਤੇ ਜਦੋਂ ਗੰਡਾ ਭੰਨਿਆ ਸੀ, ਉਦੋਂ ਇਹ ਗੱਲ ਕਹੀ ਸੀ ਕਿ ਮਾਂ ਦੇਖ, ਤੇਰੇ ਘਰ ਦੇ ਵਿੱਚ ਉਹ ਯੋਧੇ ਨੇ ਪੈਦਾ ਹੋਣਾ ਹੈ ਜਿੰਦੇ ਬਰਾਬਰ ਦਾ ਕੋਈ ਯੋਧਾ ਵੀ ਨਹੀਂ ਸੰਸਾਰ 'ਚ ਹੋਇਆ ਤੇ ਨਾ ਕਦੀ ਹੋਵੇਗਾ। ਉਹ ਤਾਂ ਦਲ ਭੰਜਨ ਸੂਰਮਾ ਹੋਵੇਗਾ। ਜਦੋਂ ਸਤਿਗੁਰੂ ਮਹਾਰਾਜ ਜੀ ਦੀ ਆਮਦ ਹੁੰਦੀ, ਪ੍ਰਗਟ ਹੁੰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤੋਂ ਜਾਂਦੇ ਨੇ, ਵਡਾਲੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਫਿਰ ਵਡਾਲੀ ਤੋਂ ਗੁਰੂ ਕੀ ਵਡਾਲੀ ਉਸ ਨਗਰ ਦਾ ਨਾਮ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਲਕ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਇਹ ਸ਼ਬਦ ਵੀ ਉਚਾਰਨ ਕੀਤਾ ਸੀ ਕਿ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਪ੍ਰਗਟ ਸ਼ਬਦ ਮਹਾਰਾਜ ਨੇ ਵਰਤਿਆ ਕਿ ਜੰਮਿਆ ਪੂਤ ਭਗਤ ਗੋਬਿੰਦ ਕਾ, ਪੂਤ ਗੋਬਿੰਦ ਦਾ, ਮਾਲਕ ਦਾ ਭਗਤ ਕਰਕੇ ਮੇਰੇ ਘਰ ਦੇ ਵਿੱਚ ਆਇਆ ਹੈ। ਹੁਣ ਦੇਖੋ, ਇੱਕ ਤਾਂ ਹੁੰਦੀ ਹੈ ਵਿਰੋਧਤਾ, ਇਕੱਲੀ ਜ਼ੁਬਾਨੀ ਗੁਲਾਮੀ ਕਰੀ ਜਾਣੀ। ਇੱਕ ਹੁੰਦਾ ਹੈ ਬੰਦਾ ਅੰਜਾਮ ਵੀ ਦਿੰਦਾ ਹੈ, ਸੋਚਦਾ ਹੈ ਕਿ ਮੈਂ ਇੱਦਾਂ ਕਰ ਦੇਵਾਂ। ਜਦੋਂ ਇਹਦੇ ਬਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹਦੇ ਬੋਲਣਾ ਵੀ ਨਹੀਂ ਸੀ ਜਾਣਦੇ। ਇੱਕ ਦਾਈ ਫੱਤੋ ਦਾ ਨਾਂ ਲਿਖਿਆ ਇਤਿਹਾਸ ਦੇ ਵਿੱਚ, ਫੱਤੋ ਦਾਈ। ਪਿਰਥੀ ਚੰਦ ਨੇ ਉਹਨੂੰ ਪੈਸੇ ਦਿੱਤੇ, ਕਿਹਾ ਕਿ ਤੂੰ ਮੇਰਾ ਇੱਕ ਕੰਮ ਕਰ, ਮੈਂ ਤੇਰਾ ਘਰ ਪੈਸਿਆਂ ਦੇ ਨਾਲ ਭਰ ਦੇਵਾਂਗਾ ਜੇਕਰ ਤੂੰ ਮੇਰਾ ਇਹ ਕੰਮ ਕਰੇ। ਉਹਨੇ ਕਿਹਾ ਕੀ? ਕਹਿੰਦੇ ਜਦੋਂ ਬਾਲਕ ਹਰਗੋਬਿੰਦ ਨੂੰ ਦੁੱਧ ਪਿਲਾਉਣਾ ਹੈ, ਕਹਿੰਦੇ ਤੂੰ ਆਪਣੇ ਦੁੱਧ ਤੇ ਜ਼ਹਿਰ ਲਾ ਕੇ ਜਾਵੀਂ ਤਾਂ ਕਿ ਬਾਲਕ ਹਰਗੋਬਿੰਦ ਦੀ ਮੌਤ ਹੋ ਜਾਏ, ਮੈਂ ਤੇਰਾ ਘਰ ਪੈਸਿਆਂ ਦੇ ਨਾਲ ਭਰ ਦੇਵਾਂਗਾ।
ਉਹਨੇ ਇਸ ਤਰ੍ਹਾਂ ਹੀ ਕੀਤਾ। ਪਰ ਜਿਹੜਾ ਰੱਬ ਦਾ ਭਗਤ ਹੋਵੇ ਉਹਨੂੰ ਦੁਨਿਆਵੀ ਕੌਣ ਮਾਰ ਸਕਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਵੇਂ ਨਰੋਵੇ ਨੇ ਤੇ ਫਤੋਦਾਈ ਨੂੰ ਸਰੀਰ ਨੇ ਉਹਦੇ ਨੂੰ ਇੰਨੀ ਉਸ ਜ਼ਹਿਰ ਦੀ ਰਿਐਕਸ਼ਨ ਹੋਈ ਕਿ ਉਸ ਫਤੋਦਾਈ ਦੀ ਮੌਤ ਹੋ ਗਈ। ਇੱਕ ਖੜਾਵਾ ਜਿਹੜਾ ਸਤਿਗੁਰੂ ਮਹਾਰਾਜ ਨੂੰ ਖੜਾਇਆ ਕਰਦਾ ਸੀ ਉਹਦੇ ਰਾਹੀਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਹਨੂੰ ਕਿਹਾ ਕਿ ਦਹੀਂ ਬਾਲਕ ਨੂੰ ਤੂੰ ਖਵਾਉਣਾ ਹੈ ਤੇ ਦਹੀਂ ਦੇ ਵਿੱਚ ਜ਼ਹਿਰ ਪਾ ਦੇਵੇ। ਉਹ ਜ਼ਹਿਰ ਪਾ ਕੇ ਦੇਣ ਲੱਗਾ, ਬਿੱਲੀ ਆਈ, ਉਹਨੇ ਚਪਟਾ ਮਾਰਿਆ, ਦਹੀਂ ਖਾਧਾ, ਬਿੱਲੀ ਉੱਥੇ ਮਰ ਗਈ। ਡਰਦਾ ਹੋਇਆ ਘਰੇ ਗਿਆ ਤੇ ਘਰੇ ਜਾ ਕੇ ਸੂਲ ਉੱਠਿਆ, ਪੇਟ ਦੇ ਵਿੱਚ ਦਰਦ ਉੱਠਿਆ, ਉਹਦੇ ਕਰਕੇ ਮੌਤ ਹੋ ਗਈ। ਸਤਿਗੁਰੂ ਮਹਾਰਾਜ ਜੀ ਨੇ ਇਹ ਹਵਾਲਾ ਦਿੱਤਾ ਕਿ ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ। ਤੀਸਰਾ ਹਮਲਾ ਫਿਰ ਪ੍ਰਿਥੀ ਚੰਦ ਵੱਲੋਂ ਕੀਤਾ ਗਿਆ। ਇੱਕ ਸਪੇਰੇ ਨੂੰ ਸੱਦਿਆ, ਉਹਨੂੰ ਕਿਹਾ ਕਿ ਕੋਈ ਜ਼ਹਿਰੀਲਾ ਸੱਪ ਜਿਹੜਾ ਹੈ ਉਹ ਲੈ ਕੇ ਆ ਤੇ ਉਹ ਇਸ ਬੱਚੇ ਦੇ ਕਮਰੇ ਦੇ ਵਿੱਚ ਛੱਡ ਦੇ, ਮੈਂ ਤੇਰਾ ਘਰ ਪੈਸਿਆਂ ਨਾਲ ਭਰ ਦੂੰ। ਹਰ ਵਾਰੀ ਹੀਲੇ ਵਸੀਲੇ ਕੀਤੇ ਗਏ ਪਰ ਹਰ ਵਾਰੀ ਨਾਕਾਮ ਹੋ ਜਾਂਦਾ ਰਿਹਾ। ਸਤਿਗੁਰੂ ਮਹਾਰਾਜ ਨੂੰ ਮਾਰਨ ਵਾਸਤੇ ਸੱਪ ਛੱਡਿਆ ਸੀ, ਪਰ ਉਹਨੂੰ ਕੀ ਪਤਾ ਸੀ ਕਿ ਜਿਹੜਾ ਸਾਰੀਆਂ ਤਾਕਤਾਂ ਬਖਸ਼ਿਸ਼ਾਂ ਦਾ ਮਾਲਕ ਹੈ, ਆ ਸੱਪ ਸੁੱਪ ਤਾਂ ਉਹਨਾਂ ਦੇ ਅਧੀਨ ਹੀ ਚੱਲਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਨੂੰ ਤਾਂ ਸੱਪ ਛਾਂ ਕਰਦੇ ਪਏ ਆ ਤੇ ਉਸੇ ਹੀ ਜੋਤ ਦੇ ਇਹ ਮਾਲਕ ਅੱਗੇ ਜਾ ਕੇ ਨਾ ਬਣਨਾ। ਸਤਿਗੁਰੂ ਮਹਾਰਾਜ ਉਸ ਸੱਪ ਦੇ ਨਾਲ ਖੇਡਦੇ ਰਹੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਿਲਕੁਲ ਨਵੇਂ ਨਰੋਏ ਨੇ। ਇੱਕ ਵਾਰ ਇਹਨੇ ਹੋਰ ਕੀਤਾ, ਇੱਕ ਬੱਚੇ ਦੇ ਰਾਹੀਂ ਪਰਿਵਾਰ ਨੂੰ ਕਿਹਾ ਕਿ ਆਪਣੇ ਬੱਚਾ ਤੁਹਾਡਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਖੇਡਦਾ ਹੈ ਤੇ ਉਹਦੀ ਜੇਬ ਦੇ ਵਿੱਚ ਮਠਿਆਈ ਪਾਈ ਗਈ, ਜ਼ਹਿਰੀਲੀ ਮਠਿਆਈ ਜ਼ਹਿਰ ਵਾਲੀ। ਤੇ ਬੱਚੇ ਨੂੰ ਸਮਝਾਇਆ ਕਿ ਆ ਸੱਜੀ ਜੇਬ ਵਾਲੀ ਤੂੰ ਆਪ ਖਾ ਲਈ ਤੇ ਖੱਬੀ ਵਾਲੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਵਾ ਦੀ। ਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਮੈਂ ਮਾਰ ਦੇਵਾਂ ਤੇ ਮੈਂ ਗੁਰਤਾ ਗੱਦੀ ਤੇ ਮੇਰਾ ਪੁੱਤਰ ਮਿਹਰਬਾਨ ਬੈਠ ਜੇ। ਕਿ ਰੱਬ ਦੀ ਹੋਣੀ ਵਰਤੀ। ਉਹ ਬੱਚੇ ਨੇ ਭੁਲੇਖੇ ਦੇ ਨਾਲ ਜਿਹੜੀ ਜ਼ਹਿਰੀਲੀ ਮਠਿਆਈ ਸੀ ਉਹ ਆਪ ਖਾ ਲਈ ਤੇ ਜਿਹੜੀ ਦੂਜੀ ਸੀ ਉਹ ਸਤਿਗੁਰੂ ਮਹਾਰਾਜ ਜੀ ਨੂੰ ਦਿੱਤੀ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਉਹਨਾਂ ਨੇ ਫਿਰ ਵੀ ਰੱਬ ਦਾ ਸ਼ੁਕਰਾਨਾ ਕੀਤਾ। ਹਰ ਵਾਰ ਸ਼ੁਕਰਾਨਾ ਕਰਦੇ ਨੇ ਤੇ ਬਚਨ ਕਹੇ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਰੋਵਾ। ਕਿ ਮਾਲਕ ਜੀ ਇਹ ਅਕਾਲ ਪੁਰਖ ਤੁਸੀਂ ਹਰ ਵਾਰੀ ਆਪਣਾ ਹੱਥ ਦੇ ਕੇ ਰੱਖਦੇ ਹੋ। ਸਤਿਗੁਰੂ ਮਹਾਰਾਜ ਜੀ ਤੇ ਕੁਦਰਤੀ ਤੌਰ ਤੇ ਬਿਮਾਰੀ ਨੇ ਹਮਲਾ ਕੀਤਾ। ਚੇਚਕ ਦਾ ਰੋਗ ਹੋਇਆ, ਜਿਹਨੂੰ ਸ਼ੀਤਲਾ ਦਾ ਰੋਗ ਵੀ ਆਖਦੇ ਆ। ਬੜਾ ਕੁਝ ਕਈਆਂ ਨੇ ਆਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲਕ ਨੇ, ਛੋਟੀ ਉਮਰ ਆ, ਇਹ ਅੱਖਾਂ ਤੇ ਵੀ ਪੈ ਜਾਂਦੀ ਹੈ, ਤੁਸੀਂ ਕੋਈ ਨਾ ਕੋਈ ਆਰ ਪਾਰ ਕਰ ਲਓ, ਦੇਵੀ ਦੀ ਪੂਜਾ ਕਰ ਲਓ। ਉਦੋਂ ਵਹਿਮ ਭਰਮ ਬੜੇ ਸੀ ਤੇ ਲੋਕੀ ਅੱਜ ਵੀ ਕਰਦੇ ਆ। ਜੇ ਕਿਸੇ ਨੂੰ ਆ ਚਿਕਨ ਪੌਕਸ ਹੋ ਜਾਵੇ, ਸ਼ੀਤਲਾ ਨਿਕਲ ਆਵੇ, ਲੋਕੀ ਜਾ ਕੇ ਫਿਰ ਦੇਵੀ ਦੀ ਪੂਜਾ ਕਰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਕਿਹਾ ਕਿ ਨਹੀਂ, ਮੈਨੂੰ ਅਕਾਲ ਪੁਰਖ ਤੇ ਭਰੋਸਾ ਹੈ, ਉਹੀ ਕਿਰਪਾ ਕਰਨਗੇ। ਤੇ ਜਿਸ ਦਿਨ ਸਤਿਗੁਰੂ ਮਹਾਰਾਜ ਤੰਦਰੁਸਤ ਹੁੰਦੇ ਆ, ਕੁਝ ਦਿਨ ਦੀ ਸਰੀਰਕ ਖੇਚਲ ਵੀ ਆਈ, ਪਰ ਜਦੋਂ ਤੰਦਰੁਸਤ ਹੋਏ ਤਾਂ ਸਤਿਗੁਰੂ ਮਹਾਰਾਜ ਨੇ ਕਿਹਾ ਦੇਖੋ ਨੇਤਰ ਪ੍ਰਗਾਸ ਕੀਆ ਗੁਰਦੇਵ, ਅੱਖਾਂ ਤੇ ਵੀ ਕੋਈ ਅਸਰ ਨਹੀਂ ਹੋਇਆ। ਸਤਿਗੁਰੂ ਮਹਾਰਾਜ ਜੀ ਦੇ ਨੇਤਰ ਬਿਲਕੁਲ ਠੀਕ ਆ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹੇ ਸੀ ਕਿ ਸ਼ੀਤਲਾ ਤੇ ਰੱਖਿਆ ਬਿਹਾਰੀ, ਮੇਰੇ ਮਾਲਕ ਮੇਰੇ ਬਿਹਾਰੀ ਤੋਂ ਭਾਵ ਇੱਥੇ ਮੇਰੇ ਮਾਲਕ ਅਕਾਲ ਪੁਰਖ ਨੇ ਸ਼ੀਤਲਾ ਤੋਂ ਵੀ ਰੱਖਿਆ। ਜਿਸ ਦਿਨ ਸਤਿਗੁਰੂ ਮਹਾਰਾਜ ਜੀ ਦਾ ਜਨਮ ਤੋਂ ਪਹਿਲਾਂ ਅਰਦਾਸ ਦੀ ਗੱਲ ਤੇ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗਿਆ ਤੇ ਬਾਲਕ ਨੂੰ ਹੱਥਾਂ ਵਿੱਚ ਦੇ ਕੇ ਕਿਹਾ ਸੀ, ਬਾਬਾ ਜੀ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਆਖਦੇ ਨੇ ਕਿ ਬਾਬਾ ਜੀ ਬਾਲਕ ਦਾ ਨਾਮ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ ਮੇਰਾ ਹਰਗੋਬਿੰਦ, ਮੇਰਾ ਹਰਗੋਬਿੰਦ। ਉਸ ਦਿਨ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਿਆ। ਤੇ ਜਦੋਂ ਕੁਝ ਅਵਸਥਾ ਹੋਈ ਕਿ ਕੁਝ ਅੱਖਰ ਪੜ੍ਹਾਉਣੇ ਚਾਹੀਦੇ ਨੇ, ਤੇ ਇਤਿਹਾਸ ਕਹਿੰਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਆਪਣੇ ਭਰਾ ਮਹਾਦੇਵ ਨੂੰ ਆਖਦੇ ਨੇ, ਸੰਤ ਬਿਰਤੀ ਵਾਲੇ ਸਨ ਮਹਾਦੇਵ ਜੀ, ਸਲਾਹ ਕੀਤੀ ਕਿ ਦੱਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਬਦ ਬਾਲਕ ਹਰਗੋਬਿੰਦ ਵਰਤੇ,
कि बालक हर गोबिंद की विद्या कित्थों पढ़ाई जाए, किनू ये सेवा जिहड़ी सौंपी जाए। तो उदों निर्णय ये होया सी, कहन लगे जेकर कोई ये कारज कर सकता है तो केवल बाबा बुढ़ा साहब जी ने। बाबा बुढ़ा साहब जी नूं बीड़ तो सद्दिया गया, बीड़ बाबा बुढ़ा साहब बीड़ तो सद्दिया गया। तो जो सदते ने तो सतगुरु महाराज नूं आके नमस्कार की। महाराज हुक्म, गुरु अर्जन देव महाराज ने कहा सी तुसी बालक हर गोबिंद नूं विद्या पढ़ाउणी आ। बाबा बुढ़ा साहब जी ने हाथ जोड़ के कहा सी, सतगुरु महाराज पातशाह जी मैं इन्नी जोगा कित्थों, मैं तो अनपढ़, मैं तो तुहाडे घर दा छेड़ी, मैं तो तुहाडे घर दे विच खेती करन वाला, कोई विद्वान लाओ जिहड़ा सतगुरु महाराज पातशाह जी बालक हर गोबिंद साहब जी नूं विद्या पढ़ा सके। गुरु अर्जन देव महाराज पातशाह ने कहा नहीं, विद्वान नहीं चाहिदा, इत्थे तां ओह चाहिदा कि जिस दे प्यार नूं देख के, जिस दे सत्कार नूं देख के गुरु नानक देव महाराज ने बच्चे नूं ही बूढ़ा बुढ़ा कह के सत्कारिया सी, विद्वान कह दिता सी। बुढ़े दे अर्थ हुंदे ने विद्वान। गुरु नानक देव महाराज नूं जिद्दन 12 साल की उम्र दे विच बाबा बुढ़ा साहब जी मिले सी ना, तो उधर सतगुरु महाराज ने पूछा कि तेरा नाम की आ? कहन लगा जी मेरा नाम माता पिता ने बूढ़ा रखिया है। सतगुरु महाराज कहते हैं कि नहीं तू बूढ़ा नहीं, तेरा तू तो बुढ़ा है, सियाणियां बड़ियां गल्लां करदा है, तू तो साडा बुढ़ा है। तो उस दिन तो सिख धर्म दे विच बूढ़े बाबे नूं बाबा बुढ़ा साहब करके सत्कारिया गया। गुरु अर्जन देव महाराज ने कहा बस उही प्यार उही सत्कार सिखा दो जिस प्यार नूं वेख के गुरु नानक ने तुहानूं अपनी गलवकड़ी च लिया। बाबा बुढ़ा साहब जी ने कई तरह की विद्या जिहड़ी सी, कई विद्वानों ने कहा कि 64 तरह की विद्या जिहड़ी सी गुरु हरगोबिंद साहब महाराज नूं सिखाउणा कीती। गुरबानी संथਿਆ कराई, तीर अंदाजी, घोड़ सवारी, तैराकी, कई तरह के शस्त्र चलाने सिखाए ने। समा जो आया सतगुरु गुरु अर्जन देव महाराज पातशाह जी के उपर इल्जाम लाए गए तो गुरु अर्जन देव महाराज नूं लाहौर गिरफ्तार करके लियाउण वास्ते क्या सन 1606। सतगुरु गुरु अर्जन देव महाराज नूं पता सी कि हुण शहादत तय है, कि शरीर का भांडा भजना है। सतगुरु गुरु अर्जन देव महाराज ने जान तो पहला हरमंदर साहब मत्था टेकिया, परिक्रमा की। तो सतगुरु गुरु हरगोबिंद साहब महाराज बालक सतगुरु महाराज जी ने बुला के गुरता गद्दी की मर्यादा दे करके कहा सी, कह लगे कि असी चले हाँ तो कुछ दिनों तक असी शरीर का ठीकरा फोड़ देना है, भाना वरतना है। तो उस तो बाद में तुसी सिख पंथ की अगवाई करनी है। गुरु नानक की जोत के मालिक तुसी हो, पर एक काम करियो कि जेड़ा भी कारज करना होवे वो बाबा बुढ़ा साहब जी ने पुछण तो बगैर नहीं करना, इन्हां दी सहमति लैनी, क्योंकि ये आद सिख ने। सतगुरु महाराज पातशाह जी गुरु अर्जन देव जी लाहौर गए, सतगुरु महाराज जी ने कई तरह के तसीहे दिते। 5 दिन के तसीहे ने, 3 दिन सतगुरु महाराज ने भुखा ध्याया रखा गया, ना खाण नूं भोजन दिता गया, ना पीण वास्ते पानी दिता गया, ना सतगुरु महाराज नूं सौण दिता गया। चौथे दिन सतगुरु महाराज पातशाह जी नूं तत्ती तवी ते बिठाया गया, गर्म रेत पाई गई, सतगुरु महाराज नूं देग च उबालिया गया। 5वें दिन सतगुरु महाराज पातशाह जी दे देग च उबालन तो बाद विच भी जदों उन्हां दे मन नूं ठंड ना पई ते ਜ਼ਾਲਮਾਂ ने सतगुरु महाराज जी नूं हथ पैर बन के पत्थर मारे ते रावी दे दरिया दे विच डोब के शहीद किया। सतगुरु महाराज पातशाह जी ने उत्थे बचन कहे सी, कह लगे तुसी गुरु अर्जन की आवाज़ नूं दबाउणा चाहुंदे हो, गुरु अर्जन की आवाज़ नहीं दब सकती। ये तो हुण तुहानूं जवाब जिहड़ा है गुरु अर्जन दे पुत्र गुरु हरगोबिंद की तलवार बन के तुहानूं इसका जवाब देवेगी। सतगुरु महाराज जी की शहादत तो बाद विच सतगुरु गुरु हरगोबिंद साहब महाराज नूं गुरता गद्दी ते बिठाया गया। तिलक बाबा बुढ़ा साहब जी ने दिता, जो अज का दिन मनाउने आ। सिख 2 सिख गुरु अर्जन देव महाराज जी के समय ते आए सी, ते उन्होंने सतगुरु महाराज पातशाह एक भाई जेता सी, जेते भाई जेते जी,
ਇਹ ਦੋ ਸਿੱਖਾਂ ਨੇ ਸਤਿਗੁਰੂ ਮਹਾਰਾਜ ਨੂੰ ਤਲਵਾਰਾਂ ਲਿਆ ਕੇ ਭੇਟ ਕੀਤੀਆਂ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ, ਕਹਿੰਦੇ ਨਹੀਂ ਅਜੇ ਨਹੀਂ, ਪਰ ਸਮਾਂ ਆਵੇਗਾ ਕਿ ਇਹ ਤਲਵਾਰਾਂ ਜਿਹੜੀਆਂ ਨੇ ਇਹ ਗੁਰੂ ਘਰ ਦੇ ਵਿੱਚ ਵਰਤੀਆਂ ਜਾਣਗੀਆਂ, ਇਹ ਸਿੱਖ ਇਹਨੂੰ ਅਪਣਾਉਣਗੇ। ਇਹ ਇਕੱਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਕੱਲਾ ਹਥਿਆਰ ਨਹੀਂ ਰੱਖਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਹੱਥ ਵਿੱਚ ਸੋਟਾ ਰੱਖਿਆ ਕਰਦੇ ਸੀ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆ, ਆਸਾ ਹੱਥ ਕਿਤਾਬ ਕਸ਼, ਆਸਾ ਕਹਿੰਦੇ ਨੇ ਡੰਡੇ ਨੂੰ। ਸਤਿਗੁਰੂ ਮਹਾਰਾਜ ਡੰਡੇ ਦੀ ਵਰਤੋਂ ਕਰਦੇ ਸੀ। ਮਹੰਤ ਕਿਰਪਾਲ ਦਾਸ ਉਦਾਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਮਾ ਜੀ ਜਿਹੜੇ ਸਨ ਮਹੰਤ ਕਿਰਪਾਲ ਦਾਸ ਹੇਰਾਂ ਵਾਲੇ, ਜਦੋਂ ਭੰਗਾਣੀ ਦਾ ਯੁੱਧ ਹੋਇਆ, ਉਸ ਯੁੱਧ ਵਿੱਚ ਮਹੰਤ ਕਿਰਪਾਲ ਦਾਸ ਨੇ ਹਯਾਤ ਖਾਨ ਦਾ ਸਿਰ ਡੰਡੇ ਦੇ ਨਾਲ ਹੀ ਮਾਰ ਕੇ ਫੇਰ ਦਿੱਤਾ ਸੀ। ਡੰਡਾ ਵੀ ਇੱਕ ਹਥਿਆਰ ਦੇ ਵਿੱਚ ਗਿਣਿਆ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਵੀ ਹਥਿਆਰਾਂ ਦੀ ਗੱਲ ਕੀਤੀ, ਔਰ ਸਤਿਗੁਰੂ ਮਹਾਰਾਜ ਨੇ ਜਿਹੜਾ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਨੇ ਨਾ, ਜਿਹਨੂੰ ਨੱਥੇ ਤੇ ਅਬਦੁੱਲ ਸੁਰ ਸਿੰਘ ਦੇ ਰਹਿਣ ਵਾਲੇ ਢਾਡੀ ਨੇ ਵਾਰ ਬਣਾ ਕੇ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਕੀਤੀ। ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਤੇ ਜਦੋਂ ਗੁਰਬਾਣੀ 'ਚ ਦੇਖਦੇ ਆ ਨਾ, ਵੈਸੇ ਮੀਰੀ ਦੇ ਅਰਥ ਹੁੰਦੇ ਨੇ ਅਮੀਰ ਤੋਂ ਮੀਰ ਸ਼ਬਦ ਬਣਦਾ ਹੈ। ਅਮੀਰ ਜਿਹਦੇ ਕੋਲ ਧਨ ਦੌਲਤ ਆ, ਅਮੀਰ ਜਿਹੜਾ ਮਾਲਕ ਆ ਧਨ ਦੌਲਤ ਦਾ, ਉਹਨੂੰ ਕਿਹਾ ਜਾਂਦਾ ਮੀਰ। ਮੀਰ ਦੇ ਅਰਥ ਹੁੰਦੇ ਨੇ ਬਾਦਸ਼ਾਹੀ, ਰਾਜਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਅਸੀਂ ਮੀਰ ਦੀ ਮੀਰੀ ਖਿੱਚ ਲੈਣੀ ਆ। ਤੇ ਪੀਰ ਦੇ ਅਰਥ ਹੁੰਦੇ ਨੇ ਜਿਹੜਾ ਧਰਮ ਦੇ ਜਗਤ ਦੇ ਵਿੱਚ ਉੱਚੀ ਥਾਂ ਤੇ ਪਹੁੰਚ ਗਿਆ ਹੋਵੇ। ਮੀਰੀ ਦੀ ਕਿਰਪਾਨ ਦੇ ਨਾਲ ਮੀਰ ਦੀ ਮੀਰੀ ਖਿੱਚ ਲਵਾਂਗੇ, ਤੇ ਪੀਰੀ ਦੀ ਕਿਰਪਾਨ ਦੇ ਨਾਲ ਪੀਰ ਦੀ ਪੀਰੀ ਖਿੱਚ ਲਵਾਂਗੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਸ ਦਿਨ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਦੋ ਤਲਵਾਰਾਂ ਪਹਿਨਾਈਆਂ ਨੇ। ਗੁਰਬਾਣੀ ਦੇ ਵਿੱਚ ਜਦੋਂ ਅਸੀਂ ਭਗਤੀ ਦੀ ਗੱਲ ਕਰਦੇ ਹਾਂ ਤੇ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਵਾਟ ਹਮਾਰੀ ਖੜੀ ਉਡੀਨੀ, ਖੰਨਿਓ ਤਿੱਖੀ ਬਹੁਤ ਪਈਨੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ, ਪੰਥ ਸਮਾਰ ਸਵੇਰਾ। ਉੱਥੇ ਵਾਟ ਹਮਾਰੀ ਖਰੀ ਉਡੀਨੀ, ਖੰਨਿਓ ਤਿੱਖੀ, ਖੰਨਿਓ ਦੇ ਅਰਥ ਹੁੰਦੇ ਨੇ ਖੰਡਾ। ਤੇ ਕਹਿੰਦੇ ਨੇ ਭਗਤੀ ਦਾ ਜਿਹੜਾ ਮਾਰਗ ਹੈ ਉਹ ਖੰਡੇ ਦੀ ਧਾਰ ਤੇ ਚੱਲਣਾ ਹੈ। ਭਗਤੀ ਦਾ ਮਾਰਗ ਖੰਡੇ ਦੀ ਧਾਰ ਤੇ ਤੁਰਨਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਉਹ ਜਿਹੜਾ ਕਨਸੈਪਟ, ਜਿਹੜਾ ਸਿਧਾਂਤ ਗੁਰਬਾਣੀ ਦੇ ਵਿੱਚ ਦਿੱਤਾ ਸੀ, ਉਹਨੂੰ ਅਮਲੀ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਾਹਰੀ ਤੌਰ ਤੇ ਸ਼ਸਤਰ ਰੱਖ ਕੇ ਇਹ ਜਿਹੜਾ ਸਤਿਗੁਰੂ ਮਹਾਰਾਜ ਨੇ ਸਿਧਾਂਤ ਸਾਨੂੰ ਦ੍ਰਿੜ ਕਰਾਇਆ। ਮੀਰੀ ਤੇ ਪੀਰੀ ਦੇ ਅਰਥ ਨੇ ਭਗਤੀ ਤੇ ਸ਼ਕਤੀ। ਮੀਰੀ ਤੇ ਪੀਰੀ ਦੇ ਅਰਥ ਨੇ ਧਰਮ ਤੇ ਰਾਜਨੀਤੀ। ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਜਿੱਥੇ ਵੀ ਅਸਥਾਨ ਹੋਣਗੇ ਉੱਥੇ ਦੋ ਨਿਸ਼ਾਨ ਸਾਹਿਬ ਝੂਲਣਗੇ। ਤੇ ਖਾਸ ਕਰਕੇ ਜਦੋਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ, ਦੇਖੋ ਸਤਿਗੁਰੂ ਮਹਾਰਾਜ ਨੇ ਨਾ ਹਰ ਇੱਕ ਕੁਝ ਵੀ ਸਤਿਗੁਰੂ ਮਹਾਰਾਜ ਬਣਾਉਂਦੇ ਆ ਜਾਂ ਉਚਾਰਨ ਕਰਦੇ ਤੇ ਉਹਦੇ ਪਿੱਛੇ ਬੜਾ ਵੱਡਾ ਸਿਧਾਂਤ ਦੱਸਦੇ ਆ। ਹਰਿਮੰਦਰ ਸਾਹਿਬ ਜਦੋਂ ਤੁਸੀਂ ਜਾਓ ਨਾ ਜੀ, ਤੇ ਜਦੋਂ ਤੁਸੀਂ ਨਿਸ਼ਾਨ ਸਾਹਿਬ ਵਾਲੇ ਪਾਸੇ ਦਰਸ਼ਨ ਕਰੋਗੇ ਗੁਰੂ ਕੇ ਨਿਸ਼ਾਨਾਂ ਦਾ, ਤੇ ਦੇਖਿਓ ਜਿਹੜਾ ਨਿਸ਼ਾਨ ਸਾਹਿਬ ਹਰਿਮੰਦਰ ਵਾਲੇ ਪਾਸੇ ਦਾ ਹੈ, ਸੱਜੇ ਪਾਸੇ ਵਾਲਾ, ਉਹ ਉੱਚਾ ਬਣਿਆ ਹੋਇਆ ਹੈ। ਤੇ ਜਿਹੜਾ ਅਕਾਲ ਤਖਤ ਸਾਹਿਬ ਵਾਲੇ ਪਾਸੇ ਦਾ ਨਿਸ਼ਾਨ ਸਾਹਿਬ ਹੈ ਉਹ ਨੀਵਾਂ ਰੱਖਿਆ ਗਿਆ ਹੈ। ਹਰਿਮੰਦਰ ਸਾਹਿਬ ਵਾਲਾ ਨਿਸ਼ਾਨ ਸਾਹਿਬ ਜਿਹੜਾ ਹੈ, ਸੱਜੇ ਪਾਸੇ ਦਾ ਨਿਸ਼ਾਨ ਸਾਹਿਬ ਜਿਹੜਾ ਹੈ, ਉਹ ਪੀਰੀ ਦਾ ਸੂਚਕ ਆ, ਉਹ ਧਰਮ ਦਾ ਸੂਚਕ ਹੈ। ਤੇ ਜਿਹੜਾ ਅਕਾਲ ਤਖਤ ਸਾਹਿਬ ਖੱਬੇ ਪਾਸੇ ਦਾ ਨਿਸ਼ਾਨ ਸਾਹਿਬ ਹੈ, ਉਹ ਮੀਰੀ ਦਾ ਸੂਚਕ ਆ। ਸਤਿਗੁਰੂ ਮਹਾਰਾਜ ਨੇ ਕਿਹਾ, ਦੇਖੋ ਧਰਮ ਹਮੇਸ਼ਾ ਹੀ ਉੱਚਾ ਰਹਿੰਦਾ ਹੈ, ਮੀਰੀ ਨਹੀਂ ਉੱਚੀ ਹੋ ਸਕਦੀ, ਧਨ ਉੱਚਾ ਨਹੀਂ ਹੋ ਸਕਦਾ, ਰੱਬ ਦਾ ਨਾਮ ਹੀ ਉੱਚਾ ਹੁੰਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਦੋ ਤਲਵਾਰਾਂ ਪਹਿਨੀਆਂ ਨੇ। ਤੇ ਇਤਿਹਾਸ ਕਹਿੰਦਾ ਹੈ ਕਿ ਕਿਸੇ ਨੇ ਪੁੱਛਿਆ ਸੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਆ ਦੋ ਤਲਵਾਰਾਂ, ਆ ਪੀਰੀ ਦੀ ਤਲਵਾਰ ਦਾ ਕੀ ਭਾਵ? ਮੀਰੀ ਤਾਂ ਹੈ ਕਿ ਚਲੋ ਜੰਗ ਯੁੱਧ ਕੀਤਾ, ਇਹਦੇ ਨਾਲ ਕਿਹੜੀ ਲੜਾਈ ਕਰਨੀ ਆ? ਆ ਜਿਹੜੀ ਤੁਸੀਂ ਧਰਮ ਦੀ ਤਲਵਾਰ ਪਹਿਨੀ ਬੈਠੇ ਹੋ, ਜਿਹੜੀ ਤੁਸੀਂ ਪੀਰੀ ਦੀ ਤਲਵਾਰ ਪਹਿਨੀ ਹੈ, ਇਹਦਾ ਕੀ ਭਾਵ? ਇਹ ਕਿਉਂ ਪਹਿਨੀ ਆ? ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਹਾ ਸੀ
कि इस शरीर के अंदर 5 चोर वसदे, 5 डाकू वसदे पे आ, तो जेकर उन्हां नाल मुकाबला करना तो उत्थे धर्म की तलवार चाहिदी आ। तो सतगुरु महाराज जी के बचन ने विचों मार कड्डियां बुराइयां, मार के ये बुराइयां नूं कट दिता। इतिहास कहता है कि गुरु नानक देव महाराज जी नूं पहले दिन जिस दिन भाई लहना जी मिले सन, तो गुरु नानक ने ऐसी धर्म की तलवार चलाई कि लहना खत्म हो गया कि गुरु अंगद प्रगट हो गया थे। सतगुरु महाराज पातशाह ने 4 जंगा लड़ियां ने गुरु हरगोबिंद साहब महाराज जी ने, तो चारे जंगां दे विच सतगुरु महाराज ने सिर्फ मीरी की तलवार जिहड़ी सी वरती, पीरी की तलवार नूं म्यान चों बाहर नहीं कढ़िया। सतगुरु महाराज पातशाह कहंदे नहीं, ये किसी नूं मारन दे वास्ते नहीं, ये तां धर्म के प्रचार वास्ते है। अज सतगुरु महाराज पातशाह जी का मीरी पीरी दिवस है। गुरु हरगोबिंद साहब महाराज ने कहा सिख राजनीतिक भी होवे, सिख जिहड़ा वो धर्मी भी होवे ते राजनीतिक भी होवे, सिख संत भी होवे, सिख सिपाही भी होवे, सिख अकाल पुरख का पुजारी भी होवे ते सिख ताकत नूं सामभना भी जानदा होवे। ये नहीं कि हुण सिख ने माला कल्ली फड़नी है तो जो राज करन दी गल आवे तो सिख कहे नहीं जी ये तो मैं नहीं कर सकता। कल नूं जिहड़ा दिवस है वो अकाल तख्त साहिब की स्थापना का दिवस है। देखो टूक मात्र कह के समाप्ति करिए, दुनिया दे विच किन्ने बादशाह होए ने। गुरु साहब जी के समय तो ही देख लो, बाबर तो लैके औरंगजेब, बहादुर शाह, फरखशीर तक की असी गल करते हैं। उन्होंने बादशाह के तख्त अज भी मौजूद ने, क्योंकि कई ने साम के रख लए, पर अज भी जेकर कोई कवे ना जी आ बहादुर शाह जां औरंगजेब के तख्त तो फरमान आया इनू मनो, तो सुनने वाला कहेगा नहीं औरंगजेब कद दा कूड़ हो गया, औरंगजेब कदों दा मर खप गया, असी उनका फरमान क्यों मनीए। पर जिहड़ा तख्त गुरु हरगोबिंद साहब महाराज ने सिरजिया, नाम भी अपने नाम ते नहीं अकाल पुरख के नाम ते रखिया, किंदा नाम अकाल तख्त है। काल कहंदे ने मौत नूं, काल कहंदे ने समय नूं, कहंदे ने वो तख्त बनावांगे जिंदे ते समय का भी कोई प्रभाव नहीं होएगा, जिंदे ते मौत का कोई प्रभाव नहीं होएगा। गुरु हरगोबिंद साहब महाराज जदों बैठते सी उदों भी सिख उत्थे सिर झुकाउंदे सी, ते अज भी तुसी जाओ अज भी सिख जिहड़े ने उत्थे सिर झुकाउंदे ने। वो तख्त महान है, अज भी उत्थों हुक्म हुंदा है ते सिख जगत जिहड़ा है वो सिर झुका के मनदा है। सतगुरु महाराज पातशाह किरपा करन, असी मीरी पीरी दे सिद्धांत नाल जुड़ीए, धर्म, राजनीति, शक्ति ते भगती, संत ते सिपाही। महाराज किरपा करन आप सरबत संगतां नूं धन गुरु हरगोबिंद साहब महाराज जी दे मीरी पीरी दिवस दियां लख लख वधाइयां। सतगुरु गुरु हरगोबिंद साहब महाराज जी के अस्थान ते तुसीं आउंदे हो। सतगुरु महाराज किरपा करन, नाम की दात बख्शिश करन, बोलदियां होइयां बेअंत भुलां दी खिमा। बुलाओ फतेह आखो जी वाहिगुरु जी का खालसा वाहिगुरु जी की फतेह।